तेरा नाम जी दुख भंजन गुरु तेरा प्यारी साध संगत जी, राधा स्वामी जी, साध संगत जी, ਇਹ ਸੱਚੀ ਘਟਨਾ ਦੋ ਸਤਸੰਗੀ ਪਰਿਵਾਰਾਂ ਦੀ ਹੈ। ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਜ਼ਿਆਦਾਤਰ ਸਤਸੰਗੀ ਪਰਿਵਾਰ ਜੇਕਰ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਸ ਦੀਆਂ ਅਸਥੀਆਂ ਬਿਆਸ ਦਰਿਆ ਵਿੱਚ ਪਾਉਂਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇੱਥੇ ਸਾਡੇ ਸਤਿਗੁਰੂ ਰਹਿੰਦੇ ਹਨ ਤੇ ਜੇਕਰ ਅਸੀਂ ਬਿਆਸ ਦਰਿਆ ਵਿੱਚ ਮਰਨ ਵਾਲੇ ਦੀਆਂ ਅਸਥੀਆਂ ਪਾਵਾਂਗੇ ਤਾਂ ਉਸ ਨੂੰ ਮੁਕਤੀ ਮਿਲ ਜਾਵੇਗੀ। ਪਰ ਬਾਬਾ ਜੀ ਇਹਨਾਂ ਗੱਲਾਂ ਵਿੱਚ ਕੋਈ ਯਕੀਨ ਨਹੀਂ ਰੱਖਦੇ। ਬਾਬਾ ਜੀ ਹਮੇਸ਼ਾ ਇਹੀ ਸਮਝਾਉਂਦੇ ਹਨ ਕਿ ਨਾਮ ਦੀ ਕਮਾਈ ਕੀਤੇ ਬਿਨਾ ਮੁਕਤੀ ਮਿਲਣਾ ਅਸੰਭਵ ਹੈ, ਕਿਉਂਕਿ ਜੋ ਕੁਝ ਵੀ ਮਿਲ ਸਕਦਾ ਹੈ ਉਹ ਸਾਨੂੰ ਜਿਉਂਦੇ ਜੀ ਮਿਲ ਸਕਦਾ ਹੈ। ਮਰਨ ਤੋਂ ਬਾਅਦ ਮੁਕਤੀ ਹਾਸਲ ਕਰਨ ਦਾ ਕੋਈ ਰਾਸਤਾ ਨਹੀਂ। ਅਸੀਂ ਆਪਣੇ ਜਿਉਂਦੇ ਜੀ ਹੀ ਮੁਕਤੀ ਹਾਸਲ ਕਰਨ ਲਈ ਯਤਨ ਕਰ ਸਕਦੇ ਹਾਂ। ਮਰਨ ਤੋਂ ਬਾਅਦ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ ਤੇ ਮੁਕਤੀ ਹਾਸਲ ਕਰਨ ਦਾ ਇੱਕੋ ਇੱਕ ਸਾਧਨ ਭਜਨ ਸਿਮਰਨ ਹੈ। ਭਜਨ ਸਿਮਰਨ ਨਾਲ ਆਤਮਾ ਉਸ ਪਰਮਾਤਮਾ ਵਿੱਚ ਜਾ ਮਿਲਦੀ ਹੈ ਤੇ ਮੌਤ ਤੋਂ ਬਾਅਦ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਪਰ ਜੇਕਰ ਆਪਣੇ ਜਿਉਂਦੇ ਜੀ ਭਜਨ ਸਿਮਰਨ ਨਾ ਕੀਤਾ, ਨਾਮ ਦੀ ਕਮਾਈ ਨਾ ਕੀਤੀ ਤਾਂ ਫਿਰ ਚਾਹੇ ਮਰਨ ਤੋਂ ਬਾਅਦ ਜੋ ਮਰਜ਼ੀ ਉਪਾਅ ਕਰ ਲਵੋ, ਮੁਕਤੀ ਨਹੀਂ ਮਿਲੇਗੀ। ਤਾਂ ਐਵੇਂ ਹੀ ਦੋ ਸਤਸੰਗੀ ਪਰਿਵਾਰ ਬਿਆਸ ਡੇਰੇ ਵਿੱਚ ਮਰਨ ਵਾਲਿਆਂ ਦੀਆਂ ਅਸਥੀਆਂ ਪਾਉਣ ਲਈ ਆਏ ਹੋਏ ਸੀ। ਤਾਂ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਉੱਥੇ ਦਰਿਆ ਵਿੱਚ ਅਸਥੀਆਂ ਪਾਉਣ ਦੇ ਲਈ ਟੋਕਨ ਮਿਲਦੇ ਹਨ, ਤਾਂ ਐਵੇਂ ਹੀ ਉਹਨਾਂ ਦੋ ਪਰਿਵਾਰਾਂ ਦੇ ਦੋ ਆਦਮੀ ਟੋਕਨ ਲੈਣ ਲਈ ਸੇਵਾਦਾਰ ਕੋਲ ਖੜੇ ਸੀ। ਤਾਂ ਸੇਵਾਦਾਰ ਨੇ ਇੱਕ ਆਦਮੀ ਨੂੰ ਪਹਿਲਾਂ ਟੋਕਨ ਦੇ ਦਿੱਤਾ ਤੇ ਉਸ ਤੋਂ ਬਾਅਦ ਦੂਜੇ ਆਦਮੀ ਨੂੰ। ਉਸ ਟੋਕਨ ਦੇ ਹਿਸਾਬ ਨਾਲ ਹੀ ਉਹ ਪਰਿਵਾਰ ਅਸਥੀਆਂ ਪਾ ਸਕਦੇ ਸੀ। ਤਾਂ ਉਹ ਦੋਨੋਂ ਪਰਿਵਾਰਾਂ ਦੇ ਆਦਮੀ ਆਪਸ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਕਰਨ ਲੱਗ ਪਏ। ਤਾਂ ਸੇਵਾਦਾਰਾਂ ਨੇ ਕਿਹਾ ਕਿ ਤੁਸੀਂ ਇੰਨੀ ਕੁ ਗੱਲ ਪਿੱਛੇ ਝਗੜਾ ਕਿਉਂ ਕਰ ਰਹੇ ਹੋ? ਸਿਰਫ 5 ਮਿੰਟ ਦੀ ਗੱਲ ਹੈ। ਪਹਿਲਾਂ ਇੱਕ ਪਰਿਵਾਰ ਦੇ ਆਦਮੀ ਅਸਥੀਆਂ ਬਹਾ ਦੇਣਗੇ ਤੇ ਉਸ ਤੋਂ ਬਾਅਦ ਦੂਜੇ ਪਰਿਵਾਰ ਦੀ ਵਾਰੀ ਆ ਜਾਵੇਗੀ। ਤੁਹਾਨੂੰ ਟੋਕਨ ਇਸ ਲਈ ਦਿੱਤੇ ਗਏ ਹਨ ਤਾਂ ਕਿ ਡਿਸਿਪਲਿਨ ਦੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਜਾ ਸਕੇ। ਪਰ ਦੋਨੋਂ ਪਰਿਵਾਰਾਂ ਦੇ ਆਦਮੀ ਲਗਾਤਾਰ ਬਹਿਸ ਕਰ ਰਹੇ ਸੀ ਤੇ ਸੇਵਾਦਾਰਾਂ ਦੀ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ। ਸੇਵਾਦਾਰ ਬੜੀ ਹੀ ਨਿਮਰਤਾ ਨਾਲ ਉਹਨਾਂ ਨੂੰ ਸ਼ਾਂਤੀ ਰੱਖਣ ਲਈ ਕਹਿ ਰਹੇ ਸੀ, ਪਰ ਫਿਰ ਵੀ ਉਹ ਆਦਮੀ ਲੜਾਈ ਝਗੜਾ ਕਰੀ ਜਾ ਰਹੇ ਸੀ। ਤਾਂ ਜਦੋਂ ਸੇਵਾਦਾਰਾਂ ਨੂੰ ਲੱਗਾ ਕਿ ਗੱਲ ਉਹਨਾਂ ਦੇ ਬਸ ਤੋਂ ਬਾਹਰ ਹੋ ਰਹੀ ਹੈ ਤਾਂ ਉਹਨਾਂ ਨੇ ਸੈਕਟਰੀ ਸਾਹਿਬ ਨੂੰ ਇਸ ਬਾਰੇ ਖਬਰ ਕੀਤੀ। ਤਾਂ ਸੈਕਟਰੀ ਸਾਹਿਬ ਉੱਥੇ ਆ ਗਏ ਤੇ ਉਹਨਾਂ ਨੂੰ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਭਾਈ, ਤੁਸੀਂ ਕਿਸ ਗੱਲ ਨੂੰ ਲੈ ਕੇ ਇੰਨਾ ਬਹਿਸ ਕਰ ਰਹੇ ਹੋ? ਤਾਂ ਉਹਨਾਂ ਦੋਵਾਂ ਪਰਿਵਾਰਾਂ ਦੇ ਆਦਮੀ ਸੈਕਟਰੀ ਸਾਹਿਬ ਨੂੰ ਕਹਿਣ ਲੱਗੇ ਕਿ ਸੇਵਾਦਾਰ ਨੇ ਪਹਿਲਾਂ ਇਹਨਾਂ ਨੂੰ ਟੋਕਨ ਦਿੱਤਾ ਹੈ ਤੇ ਸਾਨੂੰ ਬਾਅਦ ਵਿੱਚ। ਤਾਂ ਸੈਕਟਰੀ ਸਾਹਿਬ ਕਹਿਣ ਲੱਗੇ ਕਿ ਭਾਈ ਟੋਕਨ ਦੇਣ ਦਾ ਮਤਲਬ ਹੀ ਇਹ ਹੈ ਕਿ ਇੱਥੇ ਜੋ ਵੀ ਕੰਮ ਹੋਵੇ ਸ਼ਾਂਤੀ ਨਾਲ ਹੋਵੇ, ਇਸ ਵਿੱਚ ਕੋਈ ਲੜਾਈ ਝਗੜਾ ਜਾਂ ਬਹਿਸ ਨਾ ਹੋਵੇ। ਟੋਕਨ ਦੇਣ ਦਾ ਮਕਸਦ ਹੀ ਇਹ ਹੈ ਕਿ ਤੁਸੀਂ ਵਾਰੀ-ਵਾਰੀ ਜਾ ਕੇ ਅਸਥੀਆਂ ਦਰਿਆ ਵਿੱਚ ਪਾ ਸਕੋ। ਨਹੀਂ ਤਾਂ ਜੇਕਰ ਸਾਰੇ ਜਣੇ ਇਕੱਠੇ ਹੀ ਦਰਿਆ ਵਿੱਚ ਅਸਥੀਆਂ ਪਾਉਣ ਲੱਗ ਜਾਣਗੇ ਤਾਂ ਇੱਥੇ ਹੱਲਾ ਮਚ ਜਾਵੇਗਾ। ਪਰ ਉਹ ਦੋਨੋਂ ਪਰਿਵਾਰਾਂ ਦੇ ਆਦਮੀ ਸੈਕਟਰੀ ਸਾਹਿਬ ਦੀ ਵੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ। ਇੱਕ ਪਰਿਵਾਰ ਦੇ ਆਦਮੀ ਤਾਂ ਕਹਿ ਰਹੇ ਸੀ ਕਿ ਤੁਹਾਨੂੰ ਪਤਾ ਹੈ ਅਸੀਂ ਬਿਜ਼ਨਸਮੈਨ ਹਾਂ, ਤੁਸੀਂ 5 ਮਿੰਟ ਦੀ ਗੱਲ ਕਰ ਰਹੇ ਹੋ, ਸਾਡਾ ਤਾਂ 1 ਮਿੰਟ ਵੀ ਬਹੁਤ ਕੀਮਤੀ ਹੈ। ਤਾਂ ਸੈਕਟਰੀ ਸਾਹਿਬ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਜੇਕਰ ਆਪਾਂ ਟ੍ਰੈਫਿਕ ਵਿੱਚ ਵੀ ਫਸ ਜਾਂਦੇ ਹਾਂ ਤਾਂ ਉੱਥੇ ਵੀ 15-20 ਮਿੰਟ ਆਸਾਨੀ ਨਾਲ ਲੱਗ ਜਾਂਦੇ ਹਨ। ਇੱਥੇ ਤਾਂ ਸਿਰਫ 5 ਮਿੰਟ ਦੀ ਗੱਲ ਹੈ, ਤੁਸੀਂ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰੋ। 5 ਮਿੰਟ ਵਿੱਚ ਤੁਹਾਡੀ ਵਾਰੀ ਆ ਜਾਵੇਗੀ ਤੇ 5 ਮਿੰਟ ਬਾਅਦ ਤੁਹਾਡੇ ਤੋਂ ਬਾਅਦ ਦੂਸਰੇ ਬੰਦੇ ਦੀ।
ਪਰ ਉਹ ਦੋਨਾਂ ਪਰਿਵਾਰਾਂ ਦੇ ਆਦਮੀ ਲਗਾਤਾਰ ਬਹਿਸ ਕਰੀ ਜਾ ਰਹੇ ਸੀ। ਉਹਨਾਂ ਵਿੱਚੋਂ ਕੋਈ ਵੀ ਸਮਝਣ ਲਈ ਤਿਆਰ ਨਹੀਂ ਸੀ। ਤਾਂ ਜਦੋਂ ਸੈਕਟਰੀ ਸਾਹਿਬ ਤੋਂ ਵੀ ਗੱਲ ਕਾਬੂ ਵਿੱਚ ਨਾ ਆਈ ਤਾਂ ਸੈਕਟਰੀ ਸਾਹਿਬ ਨੇ ਸੋਚਿਆ ਕਿ ਸ਼ਾਇਦ ਇਸ ਗੱਲ ਨੂੰ ਬਾਬਾ ਜੀ ਤੱਕ ਲੈ ਕੇ ਹੀ ਜਾਣਾ ਪਵੇਗਾ। ਤਾਂ ਸੈਕਟਰੀ ਸਾਹਿਬ ਨੇ ਇਸ ਬਾਰੇ ਬਾਬਾ ਜੀ ਨੂੰ ਦੱਸਿਆ ਤਾਂ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ। ਤਾਂ ਉਹਨਾਂ ਪਰਿਵਾਰਾਂ ਦੇ 2 ਆਦਮੀਆਂ ਨੂੰ ਬਾਬਾ ਜੀ ਕੋਲ ਲਿਜਾਇਆ ਗਿਆ, ਕਿਉਂਕਿ ਸੈਕਟਰੀ ਸਾਹਿਬ ਸੋਚ ਰਹੇ ਸੀ ਕਿ ਇਹਨਾਂ ਦੋਵਾਂ ਦੀ ਵਜ੍ਹਾ ਨਾਲ ਬਾਕੀ ਸੰਗਤ ਵੀ ਪਰੇਸ਼ਾਨ ਹੋ ਰਹੀ ਹੈ, ਜੋ ਕਿ ਆਪਣੇ ਟੋਕਨ ਲੈ ਕੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੇ ਨਾਲ ਉਹਨਾਂ ਦਾ ਸਮਾਂ ਵੀ ਖਰਾਬ ਹੋ ਰਿਹਾ ਹੈ। ਇਸ ਲਈ ਸੈਕਟਰੀ ਸਾਹਿਬ ਉਹਨਾਂ ਦੋਵੇਂ ਪਰਿਵਾਰਾਂ ਵਿੱਚੋਂ 2 ਆਦਮੀਆਂ ਨੂੰ ਬਾਬਾ ਜੀ ਕੋਲ ਲੈ ਗਏ। ਤਾਂ ਬਾਬਾ ਜੀ ਉਹਨਾਂ ਆਦਮੀਆਂ ਨੂੰ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਭਾਈ, ਤੁਸੀਂ ਕਿਉਂ ਲੜਾਈ ਝਗੜਾ ਕਰ ਰਹੇ ਹੋ। ਤਾਂ ਉਹਨਾਂ ਵਿੱਚੋਂ ਇੱਕ ਆਦਮੀ ਕਹਿਣ ਲੱਗਾ ਕਿ ਬਾਬਾ ਜੀ, ਸੇਵਾਦਾਰ ਨੇ ਪਹਿਲਾਂ ਇਸ ਨੂੰ ਟੋਕਨ ਦਿੱਤਾ ਜਦੋਂ ਕਿ ਅਸੀਂ ਦੋਵੇਂ ਇਕੱਠੇ ਆਏ ਸੀ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ, ਟੋਕਨ ਤਾਂ ਇੱਕ ਨੂੰ ਪਹਿਲਾਂ ਤੇ ਇੱਕ ਨੂੰ ਬਾਅਦ ਵਿੱਚ ਹੀ ਮਿਲੇਗਾ, ਦੋਨਾਂ ਨੂੰ ਇੱਕੋ ਟੋਕਨ ਤਾਂ ਨਹੀਂ ਮਿਲ ਸਕਦਾ। ਤੇ ਟੋਕਨ ਦੇਣ ਦਾ ਮਤਲਬ ਹੀ ਹੈ ਕਿ ਤੁਸੀਂ ਵਾਰੀ-ਵਾਰੀ ਅਸਥੀਆਂ ਦਰਿਆ ਵਿੱਚ ਪਾਓ। ਤਾਂ ਉਹਨਾਂ ਵਿੱਚੋਂ ਇੱਕ ਆਦਮੀ ਕਹਿਣ ਲੱਗਾ ਕਿ ਬਾਬਾ ਜੀ, ਅਸੀਂ ਬਿਜ਼ਨਸਮੈਨ ਹਾਂ ਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਉੱਥੇ ਖੜ ਕੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ ਰਹੀਏ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ, ਜੇਕਰ ਤੁਹਾਡੇ ਕੋਲ ਇੰਨਾ ਵੀ ਟਾਈਮ ਨਹੀਂ ਤਾਂ ਫਿਰ ਤੁਸੀਂ ਇੱਥੇ ਕਿਉਂ ਆਏ ਸੀ। ਤੁਸੀਂ ਕਿਸੇ ਵੀ ਖੁੱਲੇ ਦਰਿਆ ਵਿੱਚ ਜਾ ਕੇ ਅਸਥੀਆਂ ਬਹਾ ਸਕਦੇ ਸੀ। ਇਹ ਗੱਲ ਸੁਣ ਕੇ ਉਹ ਆਦਮੀ ਸ਼ਰਮਿੰਦਾ ਹੋ ਗਿਆ। ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ, ਇਹ ਸਭ ਮਨ ਦੇ ਭੁਲੇਖੇ ਹਨ ਕਿ ਇਸ ਜਗ੍ਹਾ ਵਿੱਚ ਜਾ ਕੇ ਅਸਥੀਆਂ ਪਾਉਣ ਨਾਲ ਮਰਨ ਵਾਲੇ ਨੂੰ ਸ਼ਾਂਤੀ ਮਿਲੇਗੀ ਜਾਂ ਫਿਰ ਉਸਦੀ ਮੁਕਤੀ ਹੋ ਜਾਵੇਗੀ। ਉਸਦੀ ਮੁਕਤੀ ਉਸਦੇ ਕੀਤੇ ਹੋਏ ਕਰਮਾਂ ਨਾਲ ਹੋਣੀ ਹੈ, ਨਾ ਕਿ ਉਸਦੀਆਂ ਅਸਥੀਆਂ ਇਸ ਦਰਿਆ ਜਾਂ ਉਸ ਦਰਿਆ ਵਿੱਚ ਪਾਉਣ ਨਾਲ, ਕਿਉਂਕਿ ਉਹ ਇੱਥੋਂ ਚਲਾ ਗਿਆ। ਹੁਣ ਤਾਂ ਸਿਰਫ ਅਸਥੀਆਂ ਹੀ ਰਹਿ ਗਈਆਂ ਹਨ। ਉਸਦਾ ਹਿਸਾਬ ਕਿਤਾਬ ਤਾਂ ਉੱਪਰ ਹੋ ਰਿਹਾ ਹੈ। ਇੱਥੇ ਤਾਂ ਤੁਸੀਂ ਬੇਵਜ੍ਹਾ ਦਾ ਝਗੜਾ ਕਰ ਰਹੇ ਹੋ। ਤੁਹਾਨੂੰ ਚਾਹੀਦਾ ਹੈ ਕਿ ਜੋ ਮਰ ਗਿਆ ਉਸਦੀਆਂ ਅਸਥੀਆਂ ਬਹਾਉਣ ਲਈ ਇੰਨਾ ਲੜਾਈ ਝਗੜਾ ਨਾ ਕੀਤਾ ਜਾਵੇ, ਸਗੋਂ ਭਜਨ ਸਿਮਰਨ ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਮਰਨ ਵਾਲਾ ਤਾਂ ਆਪਣੇ ਕਰਮ ਪੂਰੇ ਕਰਕੇ ਚਲਾ ਗਿਆ ਹੈ। ਹੁਣ ਵਾਰੀ ਸਾਡੀ ਹੈ, ਸਾਡਾ ਸਮਾਂ ਲੰਘ ਰਿਹਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਆਪਣੇ ਕਰਮਾਂ ਵੱਲ, ਆਪਣੇ ਭਜਨ ਸਿਮਰਨ ਵੱਲ ਧਿਆਨ ਦੇਈਏ, ਕਿਉਂਕਿ ਉਸ ਦੀ ਮੁਕਤੀ ਹੋਣੀ ਜਾਂ ਨਾ ਹੋਣੀ ਇਹ ਉਸਦੇ ਕਰਮਾਂ ਦੇ ਹੱਥ ਹੈ। ਪਰ ਸਾਡੇ ਕਰਮ ਅਜੇ ਸਾਡੇ ਨਾਲ ਹਨ, ਅਜੇ ਸਾਡੇ ਕੋਲ ਸਮਾਂ ਹੈ। ਇਸ ਲਈ ਜੋ ਮਰ ਗਿਆ ਉਸ ਦਾ ਧਿਆਨ ਛੱਡ ਕੇ ਆਪਣੇ ਕਰਮਾਂ ਦਾ ਤੇ ਆਪਣੇ ਭਜਨ ਸਿਮਰਨ ਦਾ ਧਿਆਨ ਕਰੀਏ। ਤਾਂ ਇਹ ਗੱਲ ਸੁਣ ਕੇ ਉਹ ਦੋਵੇਂ ਆਦਮੀ ਬਾਬਾ ਜੀ ਦੀ ਗੱਲ ਸਮਝ ਗਏ। ਉਹ ਸਮਝ ਗਏ ਕਿ ਉਹ ਬੇਕਾਰ ਦੀਆਂ ਗੱਲਾਂ ਪਿੱਛੇ ਬਹਿਸ ਕਰ ਰਹੇ ਸੀ, ਇਸ ਦੇ ਨਾਲ ਕੁਝ ਵੀ ਹਾਸਲ ਨਹੀਂ ਹੋਣਾ। ਤਾਂ ਫਿਰ ਉਹ ਬਾਬਾ ਜੀ ਤੋਂ ਮਾਫੀ ਮੰਗਣ ਲੱਗੇ। ਤਾਂ ਬਾਬਾ ਜੀ ਕਹਿਣ ਲੱਗੇ ਕਿ ਬੇਟਾ, ਅਸੀਂ ਹਮੇਸ਼ਾ ਅਜਿਹੀਆਂ ਸੰਸਾਰਿਕ ਗੱਲਾਂ ਵਿੱਚ ਹੀ ਫਸੇ ਰਹਿੰਦੇ ਹਾਂ। ਮਰਨ ਵਾਲਾ ਮਰ ਕੇ ਸਾਨੂੰ ਸਬਕ ਸਿਖਾ ਕੇ ਗਿਆ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਕੁ ਵੀ ਭਜਨ ਸਿਮਰਨ ਕੀਤਾ ਹੈ ਉਸ ਦੇ ਹਿਸਾਬ ਨਾਲ ਮੇਰੇ ਕਰਮ ਬਣਨਗੇ। ਪਰ ਤੁਹਾਡੇ ਕੋਲ ਸਮਾਂ ਹੈ, ਤੁਸੀਂ ਆਪਣੇ ਕਰਮ ਸਵਾਰ ਸਕਦੇ ਹੋ। ਤਾਂ ਫਿਰ ਉਹ ਉੱਥੋਂ ਚਲੇ ਗਏ। ਤਾਂ ਸਾਧ ਸੰਗਤ ਜੀ, ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਹਨਾਂ ਸੰਸਾਰਿਕ ਤੇ ਬਾਹਰ ਮੁਖੀ ਚੀਜ਼ਾਂ ਵੱਲ ਨਾ ਧਿਆਨ ਦੇਈਏ। ਇਸ ਦੁਨੀਆ ਵਿੱਚ ਜੋ ਸਾਡੇ ਆਉਣ ਦਾ ਮੇਨ ਮਕਸਦ ਹੈ, ਸਾਨੂੰ ਉਸ ਤੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਇਸ ਦੁਨੀਆ ਵਿੱਚ ਸਿਰਫ ਉਸ ਪਰਮਾਤਮਾ ਨਾਲ ਮੇਲ ਕਰਨ ਲਈ ਆਏ ਹਾਂ। ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਅਸੀਂ ਉਸ ਕੁਲ ਮਾਲਕ ਪਰਮਾਤਮਾ ਤੋਂ ਵਿਛੜੇ ਫਿਰਦੇ ਹਾਂ। ਸਾਨੂੰ ਇਹ ਮਨੁੱਖਾ ਜੀਵਨ ਸਿਰਫ ਇੱਕ ਮੌਕਾ ਮਿਲਿਆ ਹੈ
ਕਿ ਅਸੀਂ ਉਸ ਕੁੱਲ ਮਾਲਕ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਤੇ ਜੇਕਰ ਅਸੀਂ ਇਹ ਮੌਕਾ ਵੀ ਇਹਨਾਂ ਫਾਲਤੂ ਗੱਲਾਂ ਵਿੱਚ ਗਵਾ ਲਿਆ ਤਾਂ ਫਿਰ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਸਾਨੂੰ ਭੋਗਣੀਆਂ ਪੈਣਗੀਆਂ ਤੇ ਫਿਰ ਜਾ ਕੇ ਇਹ ਮਨੁੱਖਾ ਜਨਮ ਮਿਲੇਗਾ। ਕਿਹਾ ਜਾਂਦਾ ਹੈ ਕਿ 84 ਲੱਖ ਜੂਨਾਂ ਭੋਗ ਕੇ ਇਹ ਮਨੁੱਖਾ ਜਨਮ ਮਿਲਦਾ ਹੈ ਤੇ ਇਹਨਾਂ 84 ਲੱਖ ਜੂਨਾਂ ਨੂੰ ਭੋਗਣ ਵਿੱਚ ਪਤਾ ਨਹੀਂ ਕਿੰਨੇ ਕੁ ਸੈਂਕੜੇ ਸਾਲ ਬੀਤ ਜਾਂਦੇ ਹਨ। ਇਸੇ ਲਈ ਇਸ ਮਨੁੱਖਾ ਜਨਮ ਨੂੰ ਅਨਮੁੱਲਾ ਜਨਮ ਕਹਿ ਕੇ ਬਿਆਨ ਕੀਤਾ ਜਾਂਦਾ ਹੈ। ਤਾਂ ਸਾਧ ਸੰਗਤ ਜੀ, ਜਦੋਂ ਸਾਡੇ ਕੋਲ ਕੋਈ ਅਨਮੋਲ ਵਸਤੂ ਹੁੰਦੀ ਹੈ ਤਾਂ ਅਸੀਂ ਇਸ ਦੀ ਵਰਤੋਂ ਬਹੁਤ ਹੀ ਸੰਭਾਲ ਕੇ ਕਰਦੇ ਹਾਂ। ਤਾਂ ਉਸੇ ਤਰ੍ਹਾਂ ਸਾਡਾ ਇਹ ਮਨੁੱਖਾ ਜੀਵਨ ਵੀ ਅਨਮੋਲ ਹੈ। ਸਾਨੂੰ ਇਸ ਵਿੱਚ ਮਿਲਿਆ ਹੋਇਆ ਹਰ ਇੱਕ ਪਲ, ਹਰ ਇੱਕ ਸਵਾਸ ਬਹੁਤ ਅਨਮੋਲ ਹੈ ਤੇ ਸਾਨੂੰ ਇਹਨਾਂ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਤੇ ਇਹਨਾਂ ਦੀ ਵਰਤੋਂ ਹਮੇਸ਼ਾ ਹੀ ਚੰਗੇ ਕੰਮਾਂ ਲਈ ਕਰਨੀ ਚਾਹੀਦੀ ਹੈ, ਕਿਉਂਕਿ ਜੋ ਪਲ ਅੱਜ ਬੀਤ ਗਿਆ ਉਸਨੇ ਮੁੜ ਕੇ ਨਹੀਂ ਆਉਣਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਮਨੁੱਖਾ ਜੀਵਨ ਵਿੱਚ ਮਿਲੇ ਹੋਏ ਪਲਾਂ ਨੂੰ, ਆਪਣੇ ਸਾਹਾਂ ਨੂੰ ਉਸ ਕੁੱਲ ਮਾਲਕ ਦੇ ਨਾਮ ਕਰੀਏ ਤੇ ਉਸ ਦਾ ਭਜਨ ਸਿਮਰਨ ਕਰਦੇ ਹੋਏ ਉਸ ਵਿੱਚ ਲੀਨ ਹੋ ਜਾਈਏ। ਤਾਂ ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਐਵੇਂ ਦੀ ਕੋਈ ਹੋਰ ਨਵੀਂ ਵੀਡੀਓ 'ਚ। ਰਾਧਾ ਸੁਆਮੀ ਜੀ।